ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਬੱਚੇ। ਅਸੀਂ ਸੋਲੂਸ਼ਨ ਲੈਸਨ ਦੇ ਨੂਮੈਰੀਕਲ +1 ਵਿੱਚ ਵੀ ਸਾਰੇ ਕੀਤੇ ਹੀ। ਮੈਂ ਦੁਬਾਰਾ ਵੀ ਉਹਨਾਂ ਦੀਆਂ ਵੀਡੀਓ ਪਾਈਆਂ ਹੋਈਆਂ ਨੇ, ਉਹਨਾਂ ਸਾਰਿਆਂ ਦੀ ਪ੍ਰੈਕਟਿਸ ਕਰਨੀ ਹੈ, ਠੀਕ ਹੈ। ਬਿਕੋਜ਼ ਉਹਨਾਂ ਵਿੱਚੋਂ ਨੂਮੈਰੀਕਲ ਉਹ ਆ ਸਕਦੇ ਆ, ਜਿਵੇਂ ਨੋਰਮੈਲਿਟੀ, ਮੋਲੈਰਿਟੀ, ਮੋਲ ਫ੍ਰੈਕਸ਼ਨ, ਕਿਸੇ ਬਾਰੇ ਵੀ, ਠੀਕ ਹੈ। ਉਹ ਸਾਰੇ ਮੈਂ ਪਹਿਲੇ ਤੁਹਾਨੂੰ ਪਾ ਚੁੱਕਾ ਵਾਂ। ਨੈਕਸਟ ਟੋਪਿਕ ਜਿਹੜਾ ਸਾਡਾ ਲੈਸਨ ਸੋਲੂਸ਼ਨ ਚੱਲ ਰਿਹਾ, ਉਹਦਾ ਸਾਡੇ ਕੋਲ ਆਏਗਾ ਸੋਲੂਬਿਲਿਟੀ। ਕਿ ਸੋਲੂਬਿਲਿਟੀ ਕਿਸੇ ਲਿਕੁਇਡ ਦੀ ਜਾਂ ਕਿਸੇ ਸੋਲਿਡ ਦੀ ਕਿਸ ਤਰ੍ਹਾਂ ਇਨਕਰੀਜ਼ ਜਾਂ ਡਿਕਰੀਜ਼ ਹੋਏਗੀ, ਉਸ ਟੌਪਿਕ ਨੂੰ ਅਸੀਂ ਅੱਜ ਡਿਸਕਸ ਕਰਾਂਗੇ। ਫਸਟ ਵਨ ਹੈ ਸੋਲੂਬਿਲਿਟੀ ਆਫ ਗੈਸਿਸ ਐਂਡ ਸੋਲਿਡ ਇਨ ਲਿਕੁਇਡ। ਸੋਲੂਬਿਲਿਟੀ ਬਾਰੇ ਗੱਲ ਹੈ। Solubility of a substance express the maximum amount of it which can be dissolved in a specific amount of solvent। एक given solvent ਵਿੱਚ maximum amount ਕਿੰਨਾ ਜਿਹੜਾ ਸੋਲਿਊਟ ਦਾ ਡਿਜ਼ੋਲਵ ਹੋ ਸਕਦਾ, that is a solubility। ਤੇ ਜਿਹੜੀ solubility ਹੈ ਨਾ, ਉਹ ਡਿਪੈਂਡ ਕਰੇਗੀ ਕਿਹਦੇ ਕਿਹਦੇ ਤੇ। ਫਸਟ ਵਨ ਨੇਚਰ ਆਫ ਦਾ ਸੋਲਿਊਟ, ਜਿਹੜੀ ਚੀਜ਼ ਅਸੀਂ ਉਹਦੇ ਵਿੱਚ ਘੋਲ ਰਹੇ ਹਾਂ ਉਹ ਤੇ ਡਿਪੈਂਡ ਕਰੇਗੀ। ਸੈਕਿੰਡ ਹੈ ਨੇਚਰ ਆਫ ਦਾ ਸੋਲਵੈਂਟ, ਸੋਲਿਊਟ ਤੇ ਸੋਲਵੈਂਟ ਦੋਨਾਂ ਤੇ ਡਿਪੈਂਡ ਕਰੇਗੀ। ਸੋਲਿਊਟ ਪਲੱਸ ਸੋਲਵੈਂਟ ਤੁਹਾਨੂੰ ਪਤਾ ਸੋਲੂਸ਼ਨ ਬਣਨਾ, ਤੇ ਇਹਨਾਂ ਦੋਨਾਂ ਤੇ ਡਿਪੈਂਡ ਕਰੇਗੀ। ਤੀਸਰਾ ਜਿਹੜਾ ਮੇਨ ਇੰਪੋਰਟੈਂਟ ਫੈਕਟਰ ਹੈ ਦੈਟ ਇਜ਼ ਦ ਟੈਂਪਰੇਚਰ। ਟੈਂਪਰੇਚਰ ਤੇ ਵੀ ਇਫੈਕਟ ਕਰੇਗੀ ਕਿ ਟੈਂਪਰੇਚਰ ਨਾਲ ਕਈ ਵਾਰੀ ਵਧੇਗੀ ਜਾਂ ਘਟੇਗੀ, ਇਹਦੇ ਬਾਰੇ ਵੀ ਅਸੀਂ ਅੱਗੇ ਡਿਸਕਸ ਕਰਾਂਗੇ। ਤੇ ਫੋਰਥ ਪੁਆਇੰਟ ਹੈ ਸਾਡੇ ਕੋਲ ਪ੍ਰੈਸ਼ਰ। ਇਹ ਚਾਰ ਫੈਕਟਰ ਨੇ ਜਿਹੜੇ ਸੋਲੂਬਿਲਿਟੀ ਤੇ ਡਿਪੈਂਡ ਕਰਨਗੇ। ਕਈ ਵਾਰੀ ਕੀ ਹੁੰਦਾ ਕਿ ਸਾਨੂੰ ਛੋਟੀਆਂ ਛੋਟੀਆਂ ਡੈਫੀਨੇਸ਼ਨਸ ਜਿਹੜੀਆਂ ਉਹ ਆ ਜਾਂਦੀਆਂ ਨੇ, ਉਹਨਾਂ ਨੂੰ ਅਸੀਂ ਡਿਸਕਸ ਕਰਦੇ ਹਾਂ। ਸੋਲੂਬਿਲਿਟੀ ਆਫ ਸੋਲਿਡ ਇਨ ਲਿਕੁਇਡ। When a solid is added to the solvent, the solute dissolves because its particles go into the liquid. This process is called as dissolution। ਕਈ ਵਾਰੀ ਇੱਕ ਨੰਬਰ 'ਚ ਡੈਫੀਨੇਸ਼ਨ ਆਉਂਦੀ ਵਾਟ ਇਜ਼ ਡਿਸੋਲੂਸ਼ਨ, ਤੇ ਸਿੰਪਲ ਪ੍ਰੋਸੈਸ ਹੈ ਜਦੋਂ ਸੋਲਿਊਟ ਸਾਡਾ ਕਿਹਦੇ ਵਿੱਚ ਜਾਣਾ ਸ਼ੁਰੂ ਹੋ ਜਾਏਗਾ, ਲਿਕੁਇਡ ਵਿੱਚ ਜਾਣਾ ਸ਼ੁਰੂ ਹੋ ਜਾਏਗਾ, ਦੈਟ ਪ੍ਰੋਸੈਸ ਇਜ਼ ਕਾਲਡ ਐਸ ਡਿਸੋਲੂਸ਼ਨ। ਇੱਕ ਨੰਬਰ 'ਚ ਡੈਫੀਨੇਸ਼ਨ ਆ ਸਕਦੀ ਹੈ। ਨੈਕਸਟ ਹੈ a solution in which no more solute can be dissolved at a given conditions of temperature and pressure is called as saturated solution। ਹੁਣ ਸੈਚੂਰੇਟਡ ਸੋਲੂਸ਼ਨ ਬਾਰੇ ਵੀ ਸਾਨੂੰ ਕਲੀਅਰ ਹੋ ਗਿਆ, ਅਸੀਂ ਲੈਬ ਵਿੱਚ ਵੀ ਪ੍ਰਿਪੇਅਰ ਕਰ ਸਕਦੇ ਹਾਂ ਕਿ ਉਹ ਨਾਰਮਲ ਟੈਂਪਰੇਚਰ ਤੇ ਪ੍ਰੈਸ਼ਰ ਤੇ ਮੈਂ ਹੋਰ ਜ਼ਿਆਦਾ ਸੋਲਿਊਟ ਨੂੰ ਡਿਜ਼ੋਲਵ ਨਾ ਕਰ ਸਕਾਂ, ਦੈਟ ਇਜ਼ ਕਾਲਡ ਐਸ ਏ ਸੈਚੂਰੇਟਡ ਸੋਲੂਸ਼ਨ। ਫਾਰ ਐਗਜ਼ਾਮਪਲ ਮੰਨ ਲਓ ਮੈਂ ਇੱਕ ਬੀਕਰ ਲਿਆ, ਇਹਦੇ ਵਿੱਚ ਇੱਕ ਗਿਵਨ ਅਮਾਊਂਟ ਸੋਲਵੈਂਟ ਹੈ, ਜਿਵੇਂ ਇੱਕ ਗਲਾਸ ਪਾਣੀ ਦਾ ਤੁਸੀਂ ਘਰ ਲੈ ਸਕਦੇ ਹੋ, ਕੱਚ ਦਾ ਗਲਾਸ ਪਾਣੀ ਦਾ ਲੈ ਲਿਓ, ਉਹਦੇ ਵਿੱਚ ਇੱਕ ਚਮਚ ਖੰਡ ਪਾ ਕੇ ਘੋਲਿਓ, ਘੁਲ ਜੇਗੀ। ਇੱਕ ਹੋਰ ਚਮਚ ਪਾਓਗੇ, ਘੁਲ ਜੇਗੀ। ਜਦੋਂ ਤੁਸੀਂ ਤੀਸਰਾ ਜਾਂ ਚੌਥਾ ਚਮਚਾ ਖੰਡ ਦਾ ਪਾਓਗੇ ਨਾ, ਤੇ ਖੰਡ ਥੱਲੇ ਬਹਿਣੀ ਸ਼ੁਰੂ ਹੋ ਜਾਏਗੀ। ਇਹਦੇ ਵਿੱਚ ਘੁਲੀ ਵੀ ਹੋਈ ਹੈ ਬਟ ਥੱਲੇ ਬੈਠਣੀ ਸ਼ੁਰੂ ਹੋ ਜਾਏਗੀ। ਜਦੋਂ ਸਾਡੇ ਕੋਲ ਸੋਲਿਊਟ ਥੱਲੇ ਬੈਠਣਾ ਸ਼ੁਰੂ ਹੋ ਜਾਏਗਾ ਲਿਕੁਇਡ ਦੇ ਵਿੱਚ ਘੁਲਣ ਤੋਂ ਬਾਅਦ, ਦੈਟ ਇਜ਼ ਕਾਲਡ ਐਸ ਸੈਚੂਰੇਟਡ ਸੋਲੂਸ਼ਨ। ਠੀਕ ਹੈ, ਇਹ ਸੈਚੂਰੇਟਡ ਸੋਲੂਸ਼ਨ ਬਾਰੇ ਸਾਡੇ ਕੋਲ ਡੈਫੀਨੇਸ਼ਨ ਹੋ ਗਈ ਪਲੱਸ ਐਗਜ਼ਾਮਪਲ ਹੋ ਗਈ, ਤੁਸੀਂ ਘਰ ਵਿੱਚ ਵੀ ਆਪ ਟਰਾਈ ਕਰ ਸਕਦੇ ਹੋ। ਨੈਕਸਟ ਹੈ ਇਹ ਸੋਲੂਸ਼ਨ ਇਨ ਵਿੱਚ ਮੋਰ ਸੋਲਿਊਟ ਕੈਨ ਬੀ ਡਿਜ਼ੋਲਵ ਐਟ ਏ ਸੇਮ ਟੈਂਪਰੇਚਰ ਇਜ਼ ਕਾਲਡ ਅਨਸੈਚੂਰੇਟਡ ਸੋਲੂਸ਼ਨ। ਕਈ ਵਾਰੀ ਸਾਨੂੰ ਅਨਸੈਚੂਰੇਟਡ ਬਾਰੇ ਪੁੱਛ ਲਿਆ ਜਾਂਦਾ, ਤੇ ਇਹ ਉਹ ਸੋਲੂਸ਼ਨ ਹੈ ਜਿਹਦੇ ਵਿੱਚ ਨਾਰਮਲ ਟੈਂਪਰੇਚਰ ਤੇ ਮੈਂ ਲੋੜ ਤੋਂ ਜ਼ਿਆਦਾ ਸੋਲਿਊਟ ਨੂੰ ਡਿਜ਼ੋਲਵ ਕਰ ਸਕਦਾ, ਦੈਟ ਇਜ਼ ਕਾਲਡ ਐਸ ਅਨਸੈਚੂਰੇਟਡ ਸੋਲੂਸ਼ਨ। ਦੋਨਾਂ ਦੇ ਵਿੱਚ ਡਿਫਰੈਂਸ ਸਾਡੇ ਕੋਲ ਕਲੀਅਰ ਹੋ ਗਿਆ, ਸੈਚੂਰੇਟਡ ਵੀ ਤੇ ਅਨਸੈਚੂਰੇਟਡ ਵੀ। ਹੁਣ ਇਹਨੂੰ ਇੱਕ ਸਿੰਪਲ ਟਰਮ ਦੇ ਨਾਲ ਐਕਸਪਲੇਨ ਕਰਨਾ ਹੋਏ ਕਿ ਕੀ ਹੈਗਾ ਡਿਸੋਲੂਸ਼ਨ, ਕੀ ਹੈ ਕ੍ਰਿਸਟਲਾਈਜੇਸ਼ਨ, ਕੀ ਹੈ, ਤੇ ਉਹ ਵੀ ਪੁਆਇੰਟ ਦੇਖਿਓ। ਸੋਲਿਊਟ ਪਲੱਸ ਸੋਲਵੈਂਟ ਸਾਡੇ ਕੋਲ ਬਣੇਗਾ ਬੱਚੇ ਸੋਲੂਸ਼ਨ, ਦੈਟ ਇਜ਼ ਕਾਲਡ ਐਸ ਡਿਸੋਲੂਸ਼ਨ। ਇਹੀ ਕਿਹਾ ਸੀ ਨਾ ਕਿ ਸੋਲਿਊਟ ਦੇ ਪਾਰਟੀਕਲ ਕਿਹਦੇ 'ਚ ਚਲੇ ਗਏ ਨੇ, ਸੋਲਵੈਂਟ ਵਿੱਚ, ਦੈਟ ਇਜ਼ ਕਾਲਡ ਐਸ ਡਿਸੋਲੂਸ਼ਨ ਔਰ ਸੋਲੂਸ਼ਨ ਬਣ ਗਿਆ। ਦੂਸਰਾ ਵਾ ਕਿ ਸੋਲੂਸ਼ਨ ਦੇ ਵਿੱਚੋਂ ਉਹਦੇ 'ਚ ਕੰਸਨਟ੍ਰੇਸ਼ਨ ਸੋਲਿਊਟ ਦੀ ਜ਼ਿਆਦਾ, ਤੇ ਉਹਦੇ ਵਿੱਚੋਂ ਸੈਪਰੇਟ ਹੋਣੀ ਸ਼ੁਰੂ ਹੋ ਜਾਂਦੀ ਆ, ਸੋਲਵੈਂਟ ਵੱਖਰਾ ਹੋਣਾ ਸ਼ੁਰੂ ਹੋ ਜਾਂਦਾ, ਐਂਡ ਦੈਟ ਪ੍ਰੋਸੈਸ ਇਜ਼ ਕਾਲਡ ਐਸ ਕ੍ਰਿਸਟਲਾਈਜੇਸ਼ਨ। ਅਸੀਂ +1 'ਚ ਐਕਸਪੈਰੀਮੈਂਟ ਕੀਤਾ ਸੀ ਕ੍ਰਿਸਟਲਾਈਜੇਸ਼ਨ ਦਾ, ਕਿ ਅਸੀਂ ਉਸ ਸੋਲੂਸ਼ਨ ਨੂੰ ਜਦੋਂ ਹੀਟ ਕੀਤਾ ਟੈਂਪਰੇਚਰ ਤੇ, ਤਾਂ ਉਹਦੇ ਵਿੱਚੋਂ ਜਦੋਂ ਵਾਧੂ ਸੋਲਵੈਂਟ ਨਿਕਲ ਗਿਆ ਸੀ ਤੇ ਜਿਹੜਾ ਸੋਲਿਊਟ ਹੀ ਉਹਦੇ ਕ੍ਰਿਸਟਲਸ ਬਣ ਗਏ ਸੀ, ਦੈਟ ਪ੍ਰੋਸੈਸ ਇਜ਼ ਕਾਲਡ ਐਸ ਕ੍ਰਿਸਟਲਾਈਜੇਸ਼ਨ। ਦੋਨਾਂ ਦਾ ਡਿਫਰੈਂਸ ਯਾਦ ਰੱਖਣਾ, ਡਿਸੋਲੂਸ਼ਨ ਕੀ ਹੈ ਤੇ ਕ੍ਰਿਸਟਲਾਈਜੇਸ਼ਨ ਕੀ ਹੈਗਾ, ਦੋਨਾਂ ਦਾ ਸੈਪਰੇਸ਼ਨ ਹੋ ਜਾਏਗੀ। ਨੈਕਸਟ ਹੈ ਸੋਲੂਬਿਲਿਟੀ ਆਫ ਏ ਸੋਲਿਡ ਡਿਪੈਂਡਸ। ਹੁਣ ਉਹ ਜਿਹੜੇ ਫੈਕਟਰ ਅਸੀਂ ਪਹਿਲੇ ਲਿਖੇ ਸੀ ਉਹਨਾਂ ਬਾਰੇ ਵੀ ਗੱਲ ਕਰਦੇ ਹਾਂ।
फर्स्ट वन ही नेचर ऑफ द सल्यूट एंड सॉल्वेंट। ਜਿਹੜਾ ਨੇਚਰ ਸੋਲਿਊਟ ਤੇ ਸੋਲਵੈਂਟ ਦਾ ਇਹ ਸਿੰਪਲ ਇੱਕ ਰੂਲ ਹੈਗਾ ਸਾਡੇ ਕੋਲ, ਜਿਹਦੇ ਨਾਲ ਅਸੀਂ ਐਕਸਪਲੇਨ ਕਰ ਸਕਦੇ ਹਾਂ ਕਿ ਲਾਈਕ ਡਿਜ਼ੋਲਵਸ ਲਾਈਕ, ਆਪਣੇ ਵਰਗੇ ਆਪਣੇ ਵਰਗਿਆਂ ਨੂੰ ਘੋਲਣਗੇ। ਇੱਥੇ ਮੀਨਿੰਗ ਕੀ ਹੈ, ਦੈਟ ਦੋ ਤਰ੍ਹਾਂ ਦੇ ਕੰਪਾਊਂਡ ਹੁੰਦੇ ਵਿੱਚ ਸਾਡੇ ਕੋਲ ਪੋਲਰ ਕੰਪਾਊਂਡ ਤੇ ਨੌਨ ਪੋਲਰ। ਠੀਕ ਹੈ, ਪੋਲਰ ਡਿਜ਼ੋਲਵ ਕਰਨਗੇ ਪੋਲਰ ਨੂੰ ਤੇ ਨੌਨ ਪੋਲਰ ਡਿਜ਼ੋਲਵ ਕਰਨਗੇ ਨੌਨ ਪੋਲਰ ਨੂੰ। ਹੁਣ ਪੋਲਰ ਕਿਹੜੇ ਹੀ +1 'ਚ ਅਸੀਂ ਬੜਾ ਵਧੀਆ ਕੀਤਾ ਸੀ ਕਿ ਜਿੰਨਾ ਕੰਪਾਊਂਡ ਦੇ ਵਿੱਚ ਦੋ ਆਇਨ ਬਣਨਗੇ, ਇੱਕ ਪੋਜ਼ਿਟਿਵ ਪੋਲ ਬਣੇਗਾ ਇੱਕ ਨੈਗੇਟਿਵ ਬਣੇਗਾ। ਜੇ ਪੋਜ਼ਿਟਿਵ ਨੈਗੇਟਿਵ ਪੋਲ ਬਣਿਆ ਦੈਟ ਇਜ਼ ਕਾਲਡ ਐਸ ਪੋਲਰ ਕੰਪਾਊਂਡ। ਹੁਣ ਸੋਡੀਅਮ ਕਲੋਰਾਈਡ ਨਮਕ, ਜਿਹੜਾ ਸਿੰਪਲ ਨਮਕ ਅਸੀਂ ਖਾਂਦੇ ਹਾਂ ਸੋਡੀਅਮ ਕਲੋਰਾਈਡ ਹੈ, ਦੈਟ ਇਜ਼ ਪੋਲਰ ਔਰ ਨੌਨ ਪੋਲਰ, ਦੱਸ ਸਕਦੇ ਹੋ ਨਾ। ਦੇਖੋ ਸੋਡੀਅਮ ਇਲੈਕਟ੍ਰੋ ਪॉजिटिव है, इलेक्ट्रॉन लूज करेगा, तो क्लोरीन इलैक्ट्रो नैगेटिव है, इलैक्ट्रॉन गेन करेगा। सोडियम ने इलैक्ट्रॉन लूज किया है तो पॉजिटिव आ जाएगा, तो क्लोरीन ने गेन किया है तो नैगेटिव। साढ़े को दो पोल बन गए, दैट इज़ पोलर कंपाउंड हो गया। तो वाटर की गल करिए तो वाटर विच साढ़े को H2O है, ऑक्सीजन हाइड्रोजन। हाइड्रोजन ने इलैक्ट्रॉन लूज किए हुए हैं, हाइड्रोजन दोनों ते पॉजिटिव आ जाएगा तो ऑक्सीजन ते की आ जाएगा नैगेटिव। अगेन ये भी की बन गया पोलर। फिर असी उपर एक लाइन भी पढ़ रहे हैं पोलर डिजोल्व पोलर। यही कारण है कि नमक नूं पानी में ज़्यादा घोलण की लोड़ नहीं पैंदी, ईजली रेडली जिहड़ा सॉल्युबल इन वाटर हो जाता है। बट शुगर नूं सॉल्युबल करके देखियो, शुगर ਲਈ ਸਾਨੂੰ ਜਾਂ ਟੈਂਪਰੇਚਰ ਵਧਾਉਣਾ ਪਏਗਾ ਜਾਂ ਉਹਨੂੰ ਐਜੀਟੇਸ਼ਨ ਜ਼ਿਆਦਾ ਦੇਣੀ ਪਏਗੀ। ਕਾਰਨ ਕੀ ਹੈ ਕਿ ਦੈਟ ਇਜ਼ ਇੰਨਾ ਜ਼ਿਆਦਾ ਪੋਲੈਰਿਟੀ ਇਹਦੇ ਵਿੱਚ ਨਹੀਂ ਹੈਗੀ। ਠੀਕ ਹੈ, ਕਲੀਅਰ ਹੋ ਜਾਏਗਾ। ਹੁਣ ਜੇ ਕੋਈ ਮੈਨੂੰ ਜਰਨਲ ਜਿਹਾ ਕੁਐਸਚਨ ਕਰਦੇ ਕਿ ਵਾਈ ਆਇਲ ਇਜ਼ ਨਾਟ ਸੋਲੂਬਲ ਇਨ ਵਾਟਰ, ਇਹ ਤੁਸੀਂ ਮੈਨੂੰ ਸੋਚ ਕੇ ਦੱਸਣਾ ਹੈ ਕਿ ਵਾਈ ਆਇਲ ਇਜ਼ ਨਾਟ ਸੋਲੂਬਲ ਇਨ ਵਾਟਰ। ਨੈਕਸਟ ਸਾਡੇ ਕੋਲ ਟੌਪਿਕ ਆਏਗਾ ਇਫੈਕਟ ਆਫ ਟੈਂਪਰੇਚਰ, ਕਿ ਟੈਂਪਰੇਚਰ ਦੇ ਨਾਲ ਕਿਵੇਂ ਇਫੈਕਟ ਹੋਏਗਾ। ਦ ਸੋਲੂਬਿਲਿਟੀ ਮੇ ਇਨਕਰੀਜ਼ ਔਰ ਡਿਕਰੀਜ਼ ਵਿਦ ਇਨਕਰੀਜ਼ ਇਨ ਟੈਂਪਰੇਚਰ। ਸੋਲੂਬਿਲਿਟੀ ਡਿਪੈਂਡ ਕਰੇਗੀ, ਕਈ ਵਾਰੀ ਟੈਂਪਰੇਚਰ ਵਧਣ ਦੇ ਨਾਲ ਵਧੇਗੀ, कई बार ये घट भी सकती है, वक्रे तरह के सल्यूट से डिपेंड करेगी। इन्होंने असी 3 बेसिक कैटेगरी में डिवाइड कर सकते हैं। फर्स्ट वन है द सॉल्युबिलिटी ऑफ सल्यूट इनक्रीज विद इनक्रीज इन टैंपरेचर। ये वो सल्यूट आउणगे जिन्होंने सॉल्युबिलिटी इनक्रीज हो रही है विद इनक्रीज इन टैंपरेचर। द सॉल्युबिलिटी इनक्रीजेस विद इनक्रीज इन विच डिसोल्यूशन प्रोसैस इज इंडोथर्मिक। असी +1 में 2 तरह की रिएक्शन पढ़िया ही, एक ही एक्सोथर्मिक तो दूसरियां ही इंडोथर्मिक। इंडोथर्मिक वो ही जिन्हां दे विच हीट की लोड़ आ, नसैसिटी है, जिन्हां रिएक्शन नूं हीट की लोड़ हुंदी है, बाहरों हीट गेन करदियां, दोज आर कॉल्ड एज इंडोथर्मिक। फॉर एग्जांपल सोडियम नाइट्रेट, अमोनीयम क्लोराइड, पोटाशियम आयोडाइड। इन्हां दे केस विच की होया, सल्यूट प्लस सॉल्वेंट प्लस मैं हीट देती ते विच सोल्यूशन बन रहा, ये हीट नूं गेन कर रही है। सो दैट प्रोसैस इज कॉल्ड एज इंडोथर्मिक। ठीक है, अज लई इन्ना कर लियो ते बाकी फिर मैं कोशिश करांगा नैक्सट कल पावांगा। थैंक यू।